ਇਹੋ ਜਿਹੀਆਂ ਖਬਰਾਂ ਸੁਣਨ ਤੋਂ ਬਾਅਦ ਇੰਜ ਜਾਪਦਾ ਹੈ ਕਿ ਦੁਨੀਆ ਤੇ ਇੱਕ ਪਲ ਦਾ ਵੀ ਕਿਸੇ ਦਾ ਭਰੋਸਾ ਨਹੀਂ। ਭਾਵੇਂ ਕਿਸੇ ਤੇ ਕਿੰਨੀਆਂ ਵੀ ਜ਼ਿੰਮੇਵਾਰੀਆਂ ਕਿਉਂ ਨਾ ਹੋਣ, ਚਾਹੇ ਉਸ ਦੇ ਸਿਰ ਤੇ ਹੀ ਸਾਰਾ ਟੱਬਰ ਕਿਉਂ ਨਾ ਚੱਲਦਾ ਹੋਵੇ, ਪਰ ਫਿਰ ਵੀ ਕਈ ਵਾਰੀ ਰੱਬ ਅਜਿਹੀ ਮਾਰ ਮਾਰਦਾ ਹੈ ਕਿ ਸਹਿਣ ਕਰਨੀ ਵੀ ਔਖੀ ਹੋ ਜਾਂਦੀ ਹੈ। ਇੱਕੋ ਪਰਿਵਾਰ ਦੇ ਉਹ ਦੋ ਨੌਜਵਾਨ ਜਿਹੜੇ ਕਿ ਘਰ ਦੀਆਂ ਦੀ ਜ਼ਿੰਮੇਵਾਰੀਆਂ ਨਿਭਾ ਰਹੇ ਸਨ। ਇੱਕ ਦਾ ਨਾਮ ਬਲਰਾਜ, ਜੋ ਕਿ ਆਪਣੀ ਭੈਣਾਂ ਦਾ ਵਿਆਹ ਕਰਵਾਉਣ ਦੇ ਲਈ ਵਿਦੇਸ਼ ਤੋਂ ਪਿੰਡ ਪਰਤਿਆ ਸੀ। ਉਸ ਦਾ ਕਹਿਣਾ ਸੀ ਕਿ ਭੈਣਾਂ ਦੇ ਵਿਆਹ ਕਰਨ ਤੋਂ ਬਾਅਦ ਹੀ ਉਹ ਖੁਦ ਦਾ ਵਿਆਹ ਕਰੇਗਾ। ਭਾਵੇਂ ਉਸ ਦੀ ਭੈਣ 2 ਸਾਲ ਛੋਟੀ ਸੀ ਅਤੇ ਤਾਏ ਦੀ ਧੀ ਦੇ ਨਾਲ ਵੀ ਉਸ ਦਾ ਅਜਿਹਾ ਲਗਾਵ ਸੀ ਕਿ ਦੋਹਾਂ ਦੇ ਵਿਆਹ ਦੀ ਜ਼ਿੰਮੇਵਾਰੀ ਉਹ ਖੁਦ ਚੱਕਣ ਲਈ ਤਿਆਰ ਸੀ ਅਤੇ ਕਹਿੰਦਾ ਸੀ ਕਿ ਮੈਂ ਵਾਪਸੀ ਦੀ ਟਿਕਟ ਤੱਕ ਨਹੀਂ ਕਰਵਾਉਣੀ ਜਦੋਂ ਤੱਕ ਸਾਰੀ ਜ਼ਿੰਮੇਵਾਰੀਆਂ ਨਿਬੜ ਨਾ ਜਾਣ। ਦੂਸਰੇ ਪਾਸੇ ਉਸ ਦਾ ਮਾਮੇ ਦਾ ਉਹ ਮੁੰਡਾ, ਜੋ ਕਿ ਆਪਣੇ ਬਚਪਨ ਦੇ ਵਿੱਚ ਹੀ ਮਾਂ ਨੂੰ ਗਵਾ ਚੁੱਕਿਆ ਸੀ ਅਤੇ ਵੱਡੇ ਹੁੰਦੇ ਜਦੋਂ ਉਸ ਦੇ ਵੱਡੇ ਭਰਾ ਦੀ ਜਾਨ ਚਲੀ ਗਈ ਤਾਂ ਉਸ ਦੀ ਪਤਨੀ ਦੇ ਨਾਲ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ। ਮਨਦੀਪ ਆਪਣੀ ਭਾਬੀ ਨੂੰ ਹੀ ਆਪਣੀ ਪਤਨੀ ਬਣਾਉਣ ਤੋਂ ਬਾਅਦ ਉਸ ਦੇ ਲਈ ਸਭ ਕੁਝ ਕਰ ਰਿਹਾ ਸੀ ਅਤੇ ਉਸਨੇ ਆਸਟ੍ਰੇਲੀਆ ਵੀ ਉਸ ਨੂੰ ਭੇਜ ਦਿੱਤਾ ਸੀ। ਹੁਣ ਜਦੋਂ ਮਨਦੀਪ ਦੇ ਬਾਹਰ ਜਾਣ ਦਾ ਸਮਾਂ ਆਇਆ ਤਾਂ ਉਸ ਦੀ ਜਾਨ ਹੀ ਚਲੀ ਗਈ। ਵਿਆਹ ਦਾ ਮਾਹੌਲ ਉਸ ਸਮੇਂ ਮਾਤਮ ਦੇ ਵਿੱਚ ਬਦਲ ਗਿਆ ਜਦੋਂ ਵਿਆਹ ਦੀਆਂ ਤਿਆਰੀਆਂ ਕਰਵਾਉਣ ਦੇ ਲਈ ਅਤੇ ਆਪਣੇ ਹੱਥੀਂ ਛੋਟੀ ਭੈਣ ਦਾ ਵਿਆਹ ਕਰਨ ਦੇ ਲਈ ਭਰਾ ਵਿਦੇਸ਼ ਤੋਂ ਤਾਂ ਘਰ ਪਹੁੰਚ ਗਿਆ ਸੀ, ਪਰ ਉਸ ਤੋਂ 2 ਦਿਨ ਬਾਅਦ ਹੀ ਉਸ ਦੇ ਸਮੇਤ ਉਸ ਦੇ ਮਾਮੇ ਦੀ ਪੁੱਤ ਦੀ ਜਾਨ ਚਲੀ ਗਈ। ਦੋਹੇ ਜਾਣਿਆਂ ਦੀ ਪਹਿਚਾਣ ਹੋ ਚੁੱਕੀ ਹੈ। ਦੱਸ ਦਈਏ ਕਿ ਇਹ ਨੌਜਵਾਨ ਜੋ ਕਿ ਵਿਦੇਸ਼ ਤੋਂ ਆਇਆ ਸੀ, ਕੈਨੇਡਾ ਤੋਂ ਆ ਕੇ ਇਸਨੇ ਆਪਣੀ ਭੈਣ ਦਾ ਵਿਆਹ ਰੱਖਿਆ ਸੀ ਅਤੇ ਬਚਪਨ ਤੋਂ ਹੀ ਕਹਿੰਦਾ ਸੀ ਕਿ ਮੈਂ ਆਪਣੇ ਹੱਥੀਂ ਭੈਣ ਦਾ ਵਿਆਹ ਕਰਾਂਗਾ ਅਤੇ ਭੈਣ ਦੇ ਵਿਆਹ ਤੋਂ ਬਾਅਦ ਹੀ ਮੈਂ ਖੁਦ ਵਿਆਹ ਕਰਵਾਵਾਂਗਾ। ਹਾਲਾਂਕਿ ਬਲਰਾਜ ਨਾਮ ਦਾ ਇਹ ਨੌਜਵਾਨ ਮੁੰਡਾ ਆਪਣੀ ਭੈਣ ਤੋਂ 2 ਸਾਲ ਵੱਡਾ ਸੀ, ਪਰ ਉਹ ਹਮੇਸ਼ਾ ਕਹਿੰਦਾ ਕਿ ਮੈਂ ਆਪਣੀ ਭੈਣ ਦੇ ਹੱਥ ਪੀਲੇ ਕਰਨ ਤੋਂ ਬਾਅਦ ਹੀ ਖੁਦ ਵਿਆਹ ਕਰਵਾਵਾਂਗਾ। ਪਰ ਬਲਰਾਜ, ਜੋ ਕਿ ਕਰੀਬ 4 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦਾ ਸੀ, 13 ਫਰਵਰੀ ਨੂੰ ਉਹ ਆਪਣੀ ਭੈਣਾਂ ਦੇ ਵਿਆਹ ਦੇ ਲਈ ਤਿਆਰੀਆਂ ਕਰਵਾਉਣ ਦੇ ਲਈ ਵਾਪਸ ਘਰ ਪਹੁੰਚਿਆ ਸੀ ਅਤੇ ਇਸੇ ਦੌਰਾਨ ਕਿਸੇ ਦੋਸਤ ਦੇ ਵਿਆਹ ਦਾ ਕਾਰਡ ਵੀ ਆ ਗਿਆ। ਬਲਰਾਜ ਆਪਣੇ ਭਰਾ ਮਨਦੀਪ ਨੂੰ ਲੈ ਕੇ ਮਾਨਸਾ ਤੋਂ ਵਾਪਸ ਆ ਰਿਹਾ ਸੀ। ਵਿਆਹ ਦਾ ਪ੍ਰੋਗਰਾਮ ਦੇਖ ਕੇ ਕਿ ਰਸਤੇ ਦੇ ਵਿੱਚ ਹੀ ਖੜੀ ਟਰਾਲੀ ਦੇ ਨੀਚੇ ਉਸ ਦੀ ਸਵਿਫਟ ਕਾਰ ਵੜ ਗਈ। ਗੱਡੀ ਦੀ ਰਫ਼ਤਾਰ ਜ਼ਿਆਦਾ ਸੀ, ਜਿਸ ਦੇ ਕਾਰਨ ਦੋਨੋਂ ਨੌਜਵਾਨ ਮੌਕਾ ਨਾ ਸੰਭਾਲ ਪਾਏ ਅਤੇ ਉਸੇ ਸਮੇਂ ਹੀ ਦੋਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇਹਾਂ ਨੂੰ ਪਿੰਡ ਅੱਬੂਵਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ 17 ਜਨਵਰੀ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਮੇਂ ਪੂਰੇ ਪਿੰਡ ਦਾ ਮਾਹੌਲ ਗਮਗੀਨ ਬਣਿਆ ਹੋਇਆ ਹੈ। ਜਿਸ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਸੀ, ਹੁਣ ਉਸੇ ਘਰ ਦੇ ਵਿੱਚ ਵੈਣ ਪੈ ਰਹੇ ਨੇ। ਪਤਾ ਲੱਗਿਆ ਕਿ ਇੱਕ ਨਹੀਂ ਸਗੋਂ 2 ਭੈਣਾਂ ਦਾ ਵਿਆਹ ਸੀ। ਚਾਚੇ ਤਾਇਆਂ ਦੇ ਵਿੱਚ ਵੀ ਵਿਆਹ ਰੱਖਿਆ ਹੋਇਆ ਸੀ ਅਤੇ ਬਲਰਾਜ ਦੀ ਸਕੀ ਭੈਣ ਦਾ ਵੀ ਵਿਆਹ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਲਰਾਜ ਸਿੰਘ ਦੇ ਪਿਤਾ, ਜੋ ਕਿ ਬੇਹੱਦ ਹੀ ਜ਼ਿਆਦਾ ਦੁਖੀ ਸਨ, ਗੁਰਪ੍ਰੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਮੇਰਾ ਪੁੱਤ ਕੈਨੇਡਾ ਤੋਂ 4 ਸਾਲ ਬਾਅਦ ਪਰਤਿਆ ਸੀ, ਪਰ ਸਾਨੂੰ ਇੰਨਾ ਵੀ ਸਮਾਂ ਨਹੀਂ ਮਿਲ ਪਾਇਆ ਕਿ ਅਸੀਂ ਦਿਲ ਖੋਲ੍ਹ ਕੇ ਗੱਲਾਂ ਕਰ ਸਕੀਏ। ਬਲਰਾਜ ਇੰਨਾ ਜ਼ਰੂਰ ਕਹਿੰਦਾ ਹੁੰਦਾ ਸੀ ਕਿ ਭੈਣਾਂ ਦੇ ਵਿਆਹ ਤੋਂ ਬਾਅਦ ਹੀ ਉਹ ਵਿਆਹ ਕਰੇਗਾ ਅਤੇ ਉਸਨੇ ਆਪਣੀ ਵਾਪਸੀ ਦੀ ਟਿਕਟ ਤੱਕ ਨਹੀਂ ਕਰਵਾਈ ਸੀ। ਬਲਰਾਜ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਸਨੇ ਇਸ ਵਾਰ ਵਾਪਸੀ ਦੀ ਟਿਕਟ ਨਹੀਂ ਕਰਵਾਈ, ਉਹ ਸਾਰੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਹੀ ਵਾਪਸ ਕੈਨੇਡਾ ਜਾਵੇਗਾ। ਬਲਰਾਜ ਪਰਿਵਾਰਕ ਮੈਂਬਰਾਂ ਨੂੰ ਕਹਿੰਦਾ ਹੁੰਦਾ ਸੀ ਕਿ ਪਹਿਲਾਂ ਭੈਣਾਂ ਦਾ ਵਿਆਹ ਹੋ ਜਾਵੇ ਅਤੇ ਬਾਅਦ ਦੇ ਵਿੱਚ ਉਹ ਖੁਦ ਵਿਆਹ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਬਲਰਾਜ ਦੀ ਆਪਣੀ ਇੱਕ ਸਕੀ ਭੈਣ ਅਤੇ ਦੂਸਰੀ ਉਸਦੀ ਤਾਏ ਦੀ ਧੀ ਸੀ, ਜਿਸ ਦਾ ਕਿ ਵਿਆਹ ਰੱਖਿਆ ਹੋਇਆ ਸੀ। ਦੋਨਾਂ ਭੈਣਾਂ ਦਾ ਉਸਦੇ ਨਾਲ ਬੇਹੱਦ ਹੀ ਜ਼ਿਆਦਾ ਲਗਾਵ ਸੀ ਅਤੇ ਉਹ ਪਰਿਵਾਰ ਦਾ ਇਕਲੌਤਾ ਪੁੱਤ ਸੀ। ਬਲਰਾਜ ਦੇ ਮਾਮੇ ਦਾ ਪੁੱਤ ਮਨਦੀਪ ਸਿੰਘ, ਉਸਨੇ ਵੀ ਆਸਟ੍ਰੇਲੀਆ ਜਾਣਾ ਸੀ। ਉਹ ਵੀ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕਿਆ। ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਉਸ ਸਮੇਂ ਬਹੁਤ ਛੋਟਾ ਸੀ ਜਦੋਂ ਉਸ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ। ਇਸ ਪਰਿਵਾਰ ਤੇ ਤਾਂ ਉਸ ਤੋਂ ਵੀ ਵੱਡਾ ਦੁੱਖ ਆਣ ਪਿਆ ਹੈ, ਕਿਉਂਕਿ ਮਨਦੀਪ ਦੇ ਵੱਡੇ ਭਾਈ ਦੀ ਵੀ ਕੁਝ ਸਮਾਂ ਪਹਿਲਾਂ ਹੀ ਜਾਨ ਜਾ ਚੁੱਕੀ ਹੈ, ਜੋ ਕਿ ਵਿਆਹਿਆ ਹੋਇਆ ਸੀ। ਇਸੇ ਕਰਕੇ ਆਪਣੇ ਭਰਾ ਦੀ ਪਤਨੀ ਦੀ ਜ਼ਿੰਮੇਵਾਰੀ ਵੀ ਹੁਣ ਮਨਦੀਪ ਦੇ ਹੀ ਸਿਰ ਤੇ ਸੀ ਅਤੇ ਮਨਦੀਪ ਦੀ ਭਾਬੀ ਦੇ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਗਿਆ ਸੀ। ਮਨਦੀਪ ਨੇ ਕਾਫੀ ਮਿਹਨਤ ਕਰਕੇ ਆਪਣੀ ਪਤਨੀ ਨੂੰ ਹੁਣ ਆਸਟ੍ਰੇਲੀਆ ਭੇਜ ਦਿੱਤਾ ਸੀ ਅਤੇ ਹੁਣ ਮਨਦੀਪ ਦਾ ਵੀ ਵੀਜ਼ਾ ਆਸਟ੍ਰੇਲੀਆ ਦਾ ਲੱਗ ਚੁੱਕਿਆ ਸੀ।
ਉਸਨੇ ਵੀ ਹੁਣ ਵਿਦੇਸ਼ ਚਲੇ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਅਜਿਹਾ ਮੰਦਭਾਗਾ ਭਾਣਾ ਇਸ ਪਰਿਵਾਰ ਦੇ ਉੱਪਰ ਕਿੰਨੇ ਦੁੱਖਾਂ ਦੇ ਪਹਾੜ ਟੁੱਟੇ ਨੇ। ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ ਤਾਂ ਬਲਰਾਜ ਜੋ ਕਿ 4 ਸਾਲ ਬਾਅਦ ਵਾਪਸ ਆ ਕੇ ਆਪਣੀ ਭੈਣਾਂ ਦੇ ਵਿਆਹ ਕਰਨਾ ਚਾਹੁੰਦਾ ਸੀ, ਦੂਜੇ ਪਾਸੇ ਉਹ ਮਾਮੇ ਦਾ ਮੁੰਡਾ ਜੋ ਕਿ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨਿਭਾ ਰਿਹਾ ਸੀ ਅਤੇ ਹੁਣ ਉਸਨੇ ਵੀ ਵਿਦੇਸ਼ ਚਲੇ ਜਾਣਾ ਸੀ। ਦੋਹਾਂ ਦੇ ਇਸ ਤਰ੍ਹਾਂ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਕੇ ਬੁਰਾ ਹਾਲ ਹੈ ਅਤੇ ਬਾਕੀ ਦੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਫੈਲੀ ਹੋਈ ਹੈ। ਮੇਰਾ ਬੇਟਾ ਬਲਰਾਜ ਸਿੰਘ ਜਿਹਦੀ ਮਤਲਬ ਐਕਸੀਡੈਂਟ ਉਹ 13 ਜਨਵਰੀ ਨੂੰ ਮੇਰੇ ਕੋਲੇ ਪਹੁੰਚਿਆ ਜੀ, ਤੇ 15 ਜਨਵਰੀ ਨੂੰ ਕੁਛ ਮੈਰਿਜ ਦੇ ਉੱਤੇ ਗਿਆ ਸੀ ਤੇ ਰਸਤੇ 'ਚ ਆਉਂਦਿਆਂ ਉਹਨਾਂ ਦੇ ਕਾਰਨ ਬਣ ਗਿਆ ਜੀ। ਮੇਰਾ ਲਾਲ ਜਿਹੜਾ ਮੈਥੋਂ ਬਹੁਤ ਦੂਰ ਚਲਿਆ ਗਿਆ। ਬਹੁਤ ਹੀ ਗਮਗੀਨ ਜਿਹੜੀ ਘੜੀ ਹੈ ਮੇਰੇ ਲਈ। ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਬਸ ਪ੍ਰਮਾਤਮਾ ਉਹਦੇ ਮਿੱਤਰ ਪਿਆਰੇ ਜਿਹੜੇ ਮੇਰੇ ਕੋਲ ਬੈਠੇ ਆ ਸਾਰੇ ਬਹੁਤ ਮੈਨੂੰ ਪਿਆਰ ਕਰਦੇ ਨੇ, ਬਹੁਤ ਮੈਨੂੰ ਸਹਾਰਾ ਬਣੇ ਹੋਏ ਨੇ। ਉਹ 4 ਸਾਲਾਂ ਬਾਅਦ ਸਰ ਉਹਨਾਂ ਦੇ ਆਉਣ ਦਾ ਕੀ ਕਾਰਨ ਸੀ, ਕੀ ਕਰਨ ਆਏ ਸੀ ਇੰਡੀਆ ਦੇ ਵਿੱਚ? ਉਹ ਸਿਰਫ ਮਤਲਬ ਆਪਣੀਆਂ ਭੈਣਾਂ ਦੇ ਵਿਆਹਾਂ ਦੀਆਂ ਤਿਆਰੀਆਂ ਕਰਨ ਵਾਸਤੇ ਆਇਆ ਸੀਗਾ ਜੀ। ਮਤਲਬ ਇੱਕ ਉਹਦੀ ਤਾਏ ਦੀ ਕੁੜੀ ਹੈ, ਇੱਕ ਮੇਰੀ ਆਪਣੀ ਬੇਟੀ, ਉਹ ਤੋਂ ਛੋਟੀ ਹੈ 2 ਸਾਲ। ਅਤੇ ਮੈਨੂੰ ਕਹਿੰਦਾ ਹੁੰਦਾ ਸੀ ਡੈਡੀ ਮੈਂ ਵਿਆਹ ਬਾਅਦ 'ਚ ਕਰਵਾਉਣਾ, ਪਹਿਲਾਂ ਭੈਣਾਂ ਦੇ ਵਿਆਹ ਕਰਕੇ। ਉਹ ਆਪਣੀਆਂ ਭੈਣਾਂ ਦੇ ਵਿਆਹ ਕਰਨ ਵਾਸਤੇ ਆਇਆ ਸੀ। ਬਸ ਉਹਨਾਂ ਦੀਆਂ ਵਿਆਹਾਂ ਦੀਆਂ ਤਿਆਰੀਆਂ ਕਰ ਰਿਹਾ ਸੀ, ਕਰਨ ਵਾਸਤੇ ਉਹ ਆਇਆ ਸੀ। ਸਿਰਫ 2 ਦਿਨ ਦਾ ਟਾਈਮ ਬਸ ਮਿਲਿਆ, ਉਸ ਤੋਂ ਬਾਅਦ ਉਹਦੀ ਬਲਰਾਜ ਨਾਲ ਸਾਡਾ ਸਕੂਲ ਟਾਈਮ ਦਾ ਪਿਆਰ ਸੀ, ਜਿਵੇਂ ਆਪਾਂ ਕਹਿ ਦਈਏ ਕਿ ਪਹਿਲੀਆਂ ਦੇ ਯਾਰ ਸੀਗੇ, ਉਹ ਕੰਮ ਸੀ। 8th ਕਲਾਸ ਤੋਂ ਲੈ ਕੇ ਸਾਡੇ ਨਾਲ ਪੜ੍ਹਦਾ ਰਿਹਾ। ਉਹ ਤੋਂ ਬਾਅਦ ਯਾਰੀ ਇੰਨੀ ਪੱਕੀ ਸੀਗੀ ਕਿ ਸਕੂਲ ਦੇ ਵਿੱਚ ਵੀ ਜਦੋਂ ਸਕੂਲ ਦੇ ਵਿੱਚ ਐਂਟਰ ਹੋਣਾ ਇਕੱਠਿਆਂ ਨੇ ਹੋਣਾ, ਇਕੱਠਿਆਂ ਨੇ ਬਾਹਰ ਆਉਣਾ। ਸਕੂਲ ਤੋਂ ਲੇਟ ਦਾ ਸਾਨੂੰ ਕੁਛ ਨਾ ਹੋਣਾ, ਬਸ ਐਂ ਦੇਖਣਾ ਵੀ ਸਾਰਿਆਂ ਨੇ ਇਕੱਠੇ ਵੜਨਾ, ਇਕੱਠੇ ਨਿਕਲਣਾ। ਜਾਂਦੀ ਵਾਰ ਸਾਨੂੰ ਮਿਲ ਕੇ ਵੀ ਨਹੀਂ ਗਿਆ। ਉਹ 13 ਤਰੀਕ ਨੂੰ ਇੱਥੇ ਇੰਡੀਆ ਲੈਂਡ ਕੀਤਾ ਅਤੇ 15 ਤਰੀਕ ਨੂੰ ਉਹਦਾ ਇਹ ਵਾਪਰ ਗਿਆ। ਸਾਨੂੰ 2 ਮਿੰਟ ਮਤਲਬ ਕਹਿੰਦਾ ਸੀ ਕਿ ਮੈਂ 2 ਮਿੰਟ ਮਿਲਣ ਆਊਂਗਾ ਤੁਹਾਨੂੰ ਵਿਆਹ 'ਤੇ ਜਾਣ ਤੋਂ ਪਹਿਲਾਂ, ਪਰ ਉਹ 2 ਮਿੰਟ ਵੀ ਸਾਨੂੰ ਮਤਲਬ ਮਿਲ ਨਹੀਂ ਸਕਿਆ। ਖੁੱਲ੍ਹਾ ਟਾਈਮ ਤਾਂ ਕੀ ਮਿਲਣਾ ਸੀ। ਮੁੜ ਕੇ ਵਿਚਾਰਾ ਮਤਲਬ ਸਾਡੇ ਦਿਲ ਦੇ ਵਿੱਚ ਹਮੇਸ਼ਾ ਇਹ ਚੀਜ਼ ਦਾ ਬਹੁਤ ਹੀ ਜ਼ਿਆਦਾ ਗਮ ਰਹੂਗਾ, ਦਰਦ ਰਹੂਗਾ ਵੀ ਕਾਸ਼ ਅਸੀਂ ਉਹਨੂੰ 2 ਮਿੰਟ ਮਿਲ ਲੈਂਦੇ, ਦੇਖ ਲੈਂਦੇ। ਤਾਂ ਲਾਸਟ ਟਾਈਮ ਇੱਕ ਵਾਰੀ ਉਹਨੂੰ ਗਲ ਲਾ ਕੇ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਸੀ, ਚਾਹੇ 2 ਮਿੰਟ ਹੀ ਸੀ, ਸਾਂਝੀਆਂ ਕਰ ਲੈਂਦੇ।